ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂ ਪਿਆਰੀ ਸਾਧ ਸੰਗਤ, ਤੁਸੀਂ ਦੇਖ ਰਹੇ ਹੋ ਦਾ ਪੰਜਾਬ ਲਾਈਵ। ਪੁਰਾਣੇ ਸਮੇਂ ਦੀ ਗੱਲ ਹੈ, ਇੱਕ ਗਰੀਬ ਕਿਸਾਨ ਆਪਣੇ ਮਿੱਤਰ ਨੂੰ ਮਿਲਣ ਗਿਆ। ਜਾ ਕੇ ਉਸ ਨੂੰ ਵਾਰਤਾ ਦੱਸੀ ਕਿ ਮੇਰੇ ਤੇ ਆਰਥਿਕ ਮਜਬੂਰੀਆਂ ਚੱਲ ਰਹੀਆਂ ਨੇ, ਆਰਥਿਕ ਪੱਖੋਂ ਮੇਰਾ ਹੱਥ ਬੜਾ ਕਮਜ਼ੋਰ ਹੈ, ਮੇਰੇ ਕੋਲੇ ਕਈ ਵਾਰੀ ਖਾਣ ਲਈ ਕੁਝ ਵੀ ਨਹੀਂ ਹੁੰਦਾ, ਬੱਚੇ ਭੁੱਖੇ ਸੌ ਜਾਂਦੇ ਨੇ, ਸਾਨੂੰ ਕੱਪੜੇ ਨਸੀਬ ਨਹੀਂ ਹੁੰਦੇ, ਪਾਟੇ ਕੱਪੜਿਆਂ ਦੇ ਵਿੱਚ ਸਾਨੂੰ ਗੁਜ਼ਾਰੇ ਕਰਨੇ ਪੈਂਦੇ ਨੇ। ਉਹਦੇ ਮਿੱਤਰ ਨੇ ਉਹਦੀ ਗੱਲ ਸੁਣੀ ਤੇ ਉਸਨੇ ਉਸ ਨੂੰ ਕੁਝ ਖਾਸ ਬੀਜ ਦੇ ਦਿੱਤੇ, ਬਾਂਸ ਦੇ ਬੂਟਿਆਂ ਦੇ, ਤੇ ਨਾਲ ਕਿਹਾ ਕਿ ਇਹ ਮੇਰੇ ਕਿਸੇ ਦੋਸਤ ਨੇ ਮੈਨੂੰ ਬਾਹਰਲੇ ਮੁਲਕੋਂ ਭੇਜੇ ਨੇ, ਜਿਹੜਾ ਬਹੁਤ ਸਮਾਂ ਪਹਿਲਾਂ ਕੰਮ ਕਰਨ, ਆਪਣਾ ਨਗਰ ਤਿਆਗ ਕੇ, ਆਪਣਾ ਮੁਲਕ ਤਿਆਗ ਕੇ ਕਿਤੇ ਹੋਰ ਮੁਲਕ ਜਾ ਕੇ ਕਿਸੇ ਹੋਰ ਦੇਸ਼ ਦੇ ਵਿੱਚ ਕਿਸੇ ਰਾਜੇ ਦੀ ਸੇਵਾ ਕਰਨ ਦੇ ਵਿੱਚ ਸਮਾਂ ਬਤੀਤ ਕਰਦਾ ਹੈ। ਨਾਲ ਉਸਨੇ ਖਾਸੀਅਤ ਦੱਸੀ ਕਿ ਇਹਨਾਂ ਬਾਂਸ ਤੇ ਜਿਹੜੇ ਬੀਜ ਤੂੰ ਲਾਏਗਾ, ਇਹਨਾਂ ਤੋਂ ਜਿਹੜੇ ਬੂਟੇ ਬਣਨਗੇ, ਪੌਦੇ ਬਣਨਗੇ, ਇਹਨਾਂ ਦੀ ਲੰਬਾਈ ਆਮ ਬਾਂਸਾਂ ਤੋਂ ਦੁੱਗਣੀ ਹੋਵੇਗੀ, ਭਾਵ 15 ਤੋਂ 20 ਫੁੱਟ ਇਹਨਾਂ ਦੀ ਉਚਾਈ ਹੋਵੇਗੀ। ਉਹ ਬੀਜ ਲੈ ਕੇ ਵਾਪਸ ਆਪਣੇ ਨਗਰ ਆ ਗਿਆ, ਆਪਣੇ ਪਿੰਡ ਆ ਗਿਆ। ਆਉਂਦਾ ਹੋਇਆ ਬਹੁਤ ਸਾਰੇ ਉਸਨੇ ਸੁਪਨੇ ਸੰਜੋ ਲਏ ਕਿ ਜੇ ਲੰਬਾਈ ਦੁੱਗਣੀ ਹੋਵੇਗੀ ਪੌਦੇ ਦੀ ਤੇ ਮੇਰੀ ਕਮਾਈ ਵੀ ਦੁੱਗਣੀ ਹੋਵੇਗੀ, ਬੱਚਿਆਂ ਨੂੰ ਚੰਗੇ ਕੱਪੜੇ ਲੈ ਕੇ ਦੇਵਾਂਗਾ, ਚੰਗਾ ਖਾਣਾ ਪਾਣੀ ਘਰ ਵਿੱਚ ਪੱਕਣ ਲੱਗੇਗਾ, ਚੰਗਾ ਘਰ ਦੀ ਛੱਤ ਬਦਲ ਲਵਾਂਗਾ, ਘਰ ਦੇ ਹਾਲਾਤ ਬਦਲ ਜਾਣਗੇ, ਮੇਰੀ ਜੂਨ ਸੁਧਰ ਜਾਵੇਗੀ। ਇਹੀ ਵਿਚਾਰ ਵਿਮਰਸ਼ ਉਹ ਉਸ ਰਾਤ ਵੀ ਕਰਦਾ ਰਿਹਾ ਤੇ ਅਗਲੀ ਰਾਤ ਉਸਨੇ ਆਪਦੇ ਨਾਲ ਸਾਥੀ ਬੇਲੀ ਲਏ ਤੇ ਖੇਤ ਦੇ ਵਿੱਚ ਉਸਨੇ ਸਾਰੇ ਬੀਜ ਲਗਾ ਦਿੱਤੇ। ਉਸਨੂੰ ਬਥੇਰੇ ਸਿਆਣੇ ਬੰਦਿਆਂ ਨੇ ਰਾਏ ਦਿੱਤੀ, ਬਜ਼ੁਰਗਾਂ ਨੇ ਰਾਏ ਦਿੱਤੀ ਕਿ ਕਦੇ ਵੀ ਨਵਾਂ ਬੀਜ ਆਪਦੇ ਸਾਰੇ ਖੇਤ ਦੇ ਵਿੱਚ ਨਹੀਂ ਲਾਉਣਾ ਚਾਹੀਦਾ। ਜੇ ਕੱਲ ਨੂੰ ਕੋਈ 19-21 ਹੋ ਗਈ ਤੇ ਤੇਰੀ ਸਮੇਂ ਮਾਰ ਹੋ ਜਾਊਗੀ, ਸਮਾਂ ਤੇਰੇ ਸਿਰ ਪੈ ਜਾਵੇਗਾ। ਹੁਣ ਤਾਂ ਇੱਕ ਟਾਈਮ ਦੀ ਰੋਟੀ ਖਾ ਕੇ ਸੌਣਾ, ਕਿਤੇ ਇਹ ਨਾ ਹੋਵੇ ਇੱਕ ਟਾਈਮ ਦੀ ਰੋਟੀ ਤੋਂ ਵੀ ਹੱਥ ਧੋ ਲਵੇਂ। ਪਰ ਉਸਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਨਾਮ ਲੈ ਕੇ ਸਾਰੇ ਬੀਜ ਲਾ ਦਿੱਤੇ। ਕਹਿੰਦਾ ਮੇਰਾ ਮਿੱਤਰ ਮੈਨੂੰ ਗਲਤ ਜਾਣਕਾਰੀ ਨਹੀਂ ਦਿੰਦਾ ਤੇ ਮੈਂ ਵੀ ਭਰੋਸਾ ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਕਰਨਾ ਹੈ। ਉਹਨਾਂ ਨੇ ਹੁਣ ਤੱਕ ਪਰਦੇ ਕੱਜੇ ਨੇ, ਅੱਗੇ ਵੀ ਕੱਜ ਲੈਣਗੇ, ਦੇਖੀ ਜਾਊਗੀ। ਸਬਰ ਸੰਤੋਖ ਹੈ ਮੇਰੇ ਵਿੱਚ, ਮੈਂ ਗੁਜ਼ਾਰਾ ਕਰ ਲਵਾਂਗਾ। ਸਤਿਗੁਰ ਜੀ ਦੇ ਉੱਤੇ ਅਡੋਲ ਵਿਸ਼ਵਾਸ ਰੱਖ ਕੇ ਉਸਨੇ ਬੀਜ ਲਾ ਦਿੱਤੇ। ਥੋੜਾ ਸਮਾਂ ਬੀਤਿਆ, 10 ਦਿਨਾਂ ਬਾਅਦ ਛੋਟੇ ਛੋਟੇ ਬਾਂਸ ਦੇ ਬੀਜ ਬਾਹਰ ਆਉਣੇ ਚਾਹੀਦੇ ਸੀ, ਅੰਕੁਰਿਤ ਹੋਣੇ ਚਾਹੀਦੇ ਸੀ। ਨਿੱਕੇ ਨਿੱਕੇ ਜਿਹੜੇ ਹੁੰਦੇ ਨੇ, ਇੱਕ ਬੀਜ ਦੇ ਵਿੱਚੋਂ ਪੌਦਾ ਨਿਕਲਦਾ, ਉਹ ਨਿਕਲਣੇ ਚਾਹੀਦੇ ਸੀ। 10-15 ਦਿਨਾਂ 'ਚ ਉਹ ਨਹੀਂ ਨਿਕਲੇ। ਪਿੰਡ ਦੇ ਲੋਕਾਂ ਨੇ ਚਰਚਾ ਕੀਤੀ ਕਿ ਤੇਰਾ ਅਜੇ ਕੁਛ ਨਹੀਂ ਵਿਗੜਿਆ, ਅਜੇ ਸਮਾਂ ਹੈ, ਤੂੰ ਦੂਜਾ ਬੀਜ ਲਿਆ, ਜਿਹੜਾ ਤੂੰ ਪਹਿਲਾਂ ਬੀਜਦਾ ਲਿਆ ਕੇ ਬੀਜ ਦੇ। ਇਸ ਤਰ੍ਹਾਂ ਨਾ ਕਰ। ਜ਼ਰੂਰੀ ਨਹੀਂ ਕਿ ਹਰ ਬੀਜ ਹਰ ਪੈਲੀ ਦੇ ਵਿੱਚ ਹੋ ਜਾਵੇ, ਪਰ ਉਸਨੇ ਸਤਿਗੁਰ ਜੀ ਤੇ ਵਿਸ਼ਵਾਸ ਰੱਖਿਆ, ਹਾਰ ਨਹੀਂ ਮੰਨੀ। ਕਹਿੰਦਾ ਮੈਂ ਉਡੀਕ ਕਰਾਂਗਾ। 2 ਹਫ਼ਤੇ ਲੰਘ ਗਏ, 2 ਹੋਰ ਲੰਘ ਗਏ। ਇਸ ਤਰ੍ਹਾਂ ਕਰਦਿਆਂ ਕਰਾਉਂਦਿਆਂ 2 ਮਹੀਨੇ ਵੀ ਲੰਘ ਗਏ। ਸਿਆਣੇ ਲੋਕ ਆਇਆ ਕਰਨ, ਉਸਨੂੰ ਸਲਾਹ ਦਿਆ ਕਰਨ ਤੇ ਉਹ ਅੱਗੋਂ ਮਨਾ ਕਰ ਦਿਆ ਕਰੇ। ਐਸਾ ਸਮਾਂ ਵੀ ਆਇਆ, 6 ਮਹੀਨੇ ਲੰਘ ਗਏ। ਲੋਕੀ ਕਹਿੰਦੇ ਇੰਨਾ ਲੰਮਾ ਤੇ ਕੋਈ ਵੀ ਬੀਜ ਨਹੀਂ ਰਹਿੰਦਾ ਭਾਈ, ਤੂੰ ਹੁਣ ਮੂਰਖਤਾ ਕਰ ਰਿਹਾ, ਤੂੰ ਨਾ ਕਰ। ਪਰ ਉਸਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਮੇਰੀ ਥਾਲੀ ਦੇ ਵਿੱਚ ਜਿਹੜੀ ਰੋਟੀ ਆਉਣੀ ਉਹ ਆ ਕੇ ਰਵੇਗੀ। ਲੋਕੀ ਉਹਦਾ ਮਜ਼ਾਕ ਵੀ ਡਾਉਣ ਲੱਗੇ ਕਿ ਇਹ ਬੰਦਾ ਪਾਗਲ ਹੋ ਗਿਆ, ਪਰ ਨਹੀਂ, ਉਸਨੇ ਵਿਸ਼ਵਾਸ ਨਹੀਂ ਛੱਡਿਆ। ਉਸ ਦਾ ਪਰਮਾਤਮਾ ਦੇ ਵਿੱਚ ਅਡੋਲ ਆਸਥਾ ਸੀ ਤੇ ਉਸਨੇ ਵਿਸ਼ਵਾਸ ਨੂੰ ਡਗਮਗਾਉਣ ਨਹੀਂ ਦਿੱਤਾ। ਉਡੀਕ ਉਸਨੇ ਜਾਰੀ ਰੱਖੀ। ਕਰਦਿਆਂ ਕਰਾਉਂਦਿਆਂ ਸਾਲ ਵੀ ਲੰਘ ਗਿਆ। ਉਸਨੂੰ ਸਿਆਣੇ ਉਹਦੇ ਰਿਸ਼ਤੇਦਾਰਾਂ ਨੇ ਆ ਕੇ ਸਲਾਹ ਦਿੱਤੀ ਕਿ ਪੱਟ ਕੇ ਵੇਖ ਲੈ, ਬੀਜ ਗਲ ਗਿਆ ਹੋਵੇਗਾ, ਫਿਰ ਤੇਰਾ ਵਿਸ਼ਵਾਸ ਹੈ ਜਿਹੜਾ ਟੁੱਟ ਜਾਵੇਗਾ, ਨਵਾਂ ਬੀਜ ਲਿਆ ਕੇ ਬੀਜ ਲਈ। ਹੁਣ ਤੱਕ ਤਾਂ ਤੇਰਾ ਗੁਜ਼ਾਰਾ ਹੋ ਗਿਆ, ਅੱਗੇ ਤੇਰੇ ਹਾਲਾਤ ਬੁਰੇ ਹੋ ਜਾਣੇ ਨੇ। ਉਸਨੇ ਨਹੀਂ ਮੰਨੀ। ਉਸਨੇ ਕਿਹਾ ਮੈਂ ਇੰਤਜ਼ਾਰ ਕਰਾਂਗਾ ਉਦੋਂ ਤੱਕ ਜਦੋਂ ਤੱਕ ਬੂਟੇ ਨਹੀਂ ਨਿਕਲਦੇ। ਕਰਦਿਆਂ ਕਰਾਉਂਦਿਆਂ ਕਹਿੰਦੇ 1 ਸਾਲ ਤੋਂ ਉੱਤੇ ਕੁਝ ਮਹੀਨੇ ਲੰਘ ਗਏ ਤੇ ਇੱਕ ਦਿਨ ਅਚਾਨਕ ਉਹ ਰੌਲਾ ਪਾਉਂਦਾ ਖੇਤੋਂ ਪਿੰਡ ਨੂੰ ਭੱਜਿਆ ਜਾ ਰਿਹਾ। ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ। ਪਿੰਡ ਵਾਲੇ ਇਕੱਠੇ ਹੋ ਗਏ ਕਿ ਇਹਨੂੰ ਕੀ ਗੱਲ ਹੋ ਗਈ ਹੈ। ਪਿੰਡ ਵਾਲਿਆਂ ਨੂੰ ਇਕੱਠੇ ਕਰਕੇ ਖੇਤ ਲੈ ਗਿਆ ਤੇ ਜਾ ਕੇ ਵਿਖਾਉਂਦਾ, ਉਹ ਸਾਰੇ ਦੇ ਸਾਰੇ ਬੀਆਂ ਦੇ ਵਿੱਚੋਂ ਛੋਟੇ ਛੋਟੇ ਪੌਦੇ ਬਾਹਰ ਆ ਗਏ ਨੇ। ਪਿੰਡ ਵਾਲੇ ਕਹਿੰਦੇ ਕਿ ਇਹ ਤੇਰਾ ਨੁਕਸਾਨ ਹੀ ਹੈ, ਫਾਇਦਾ ਤਾਂ ਨਹੀਂ। ਜਿੱਥੇ ਤੂੰ 2 ਫਸਲਾਂ ਲੈ ਲੈਣੀਆਂ ਸੀ, ਹਜੇ ਤੇਰੀ ਪਹਿਲੀ ਹੁਣ ਨਿਕਲੀ ਹੈ। ਜਿਹੜੀ ਫਸਲ ਬੂਟਾ ਜਿਹਦਾ ਇੰਨਾ ਲੇਟ ਨਿਕਲਿਆ ਤੇ ਅੱਗੇ ਕੀ ਪਤਾ ਤੈਨੂੰ ਕੀ ਕੁਝ ਵੇਖਣਾ ਪਵੇਗਾ। ਪਰ ਨਹੀਂ, ਉਹ ਕਹਿੰਦਾ ਨਹੀਂ, ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੈ। ਕਹਿੰਦੇ ਨੇ ਕਿ ਉਹਨਾਂ ਬੂਟਿਆਂ ਦੀ ਜਿਹੜੀ ਵਧਣ ਦੀ ਸ਼ਕਤੀ ਸੀ ਉਹ ਬੜੀ ਜ਼ਬਰਦਸਤ ਸੀ। ਉਹ ਦਿਨਾਂ ਦੇ ਵਿੱਚ 2 ਫੁੱਟ 4 ਫੁੱਟ 10 ਫੁੱਟ 15 ਫੁੱਟ 20 ਫੁੱਟ ਹੋ ਗਏ। ਲੋਕੀ ਵੇਖ ਕੇ ਹੈਰਾਨ, ਲੋਕਾਂ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ ਕਿ ਕਿਹੋ ਜਿਹਾ ਬੀਜ ਲੈ ਆਇਆ।
ਉਸਨੂੰ ਵੀ ਲੱਗਿਆ ਕਿ ਹੁਣ ਕਟਾਈ ਦਾ ਸਮਾਂ ਹੈ, ਪਰ ਉਹ ਜਦੋਂ ਰੋਜ਼ ਸਵੇਰੇ ਜਾ ਕੇ ਵੇਖਿਆ ਕਰੇ ਉਹ 2 ਫੁੱਟ ਵੱਧ ਜਾ ਕਰੇ। ਕਹਿੰਦੇ ਨੇ ਹਫ਼ਤਿਆਂ ਦੇ ਵਿੱਚ ਉਹ 90 ਫੁੱਟ ਦਾ ਹੋ ਗਿਆ। 90 ਫੁੱਟ ਲੰਮਾ ਬਾਂਸ, 90 ਫੁੱਟ ਤੇ ਜਾ ਕੇ ਉਸਦੀ ਜਿਹੜੀ ਵਧਣ ਦੀ ਸ਼ਕਤੀ ਸੀ ਉਹ ਰੁਕੀ। ਉਸਨੇ ਕਟਾਈ ਕਰਕੇ ਬਹੁਤ ਸਾਰੀ ਆਮਦਨ ਇਕੱਠੀ ਕਰ ਲਈ, ਘਰ ਵੀ ਵਧੀਆ ਬਣਾ ਲਿਆ, ਕੱਪੜੇ ਵੀ ਲਏ ਬੱਚਿਆਂ ਲਈ, ਅਗਲੇ ਆਪਦੀ ਜਿਹੜੀਆਂ ਚੀਜ਼ਾਂ ਦੀ ਲੋੜ ਸੀ ਉਹ ਪੂਰੀ ਕੀਤੀ। ਹਰ ਉਹ ਚੀਜ਼ ਦਾ ਇੰਤਜ਼ਾਮ ਉਸਨੇ ਕਰ ਲਿਆ ਜਿਹੜਾ ਉਸਨੂੰ ਲੱਗਦਾ ਸੀ ਕਿ ਮੈਂ ਸਾਰੀ ਜ਼ਿੰਦਗੀ ਨਹੀਂ ਕਰ ਸਕਦਾ। ਦਾਨ ਪੁੰਨ ਵੀ ਕੀਤਾ ਉਸਨੇ। ਹੁਣ ਉਹ ਇਸ ਬੰਦੇ ਦੀ ਖਾਸੀਅਤ ਕੀ ਸੀ? ਉਸਨੇ ਸੁਪਨੇ ਦੇਖੇ ਸਨ, ਰੋਜ਼ ਉਸ ਖੇਤ ਦੀ ਦੇਖਭਾਲ ਕਰਦਾ ਸੀ, ਜ਼ਮੀਨ ਨੂੰ ਬੰਜਰ ਨਹੀਂ ਹੋਣ ਦਿੱਤਾ, ਪਾਣੀ ਸਮੇਂ ਸਮੇਂ ਤੇ ਦਿੰਦਾ ਰਹਿੰਦਾ ਸੀ। ਜੇ ਕਿਤੇ ਨਦੀਨ ਉੱਗਦੇ ਸਨ ਉਹਨਾਂ ਨੂੰ ਪੱਟਦਾ ਸੀ, ਸਮੇਂ ਤੇ ਉਹਨਾਂ ਦਾ ਧਿਆਨ ਦਿੰਦਾ ਰਿਹਾ। ਜਿਹੜੇ ਉਸਨੇ ਸੁਪਨਿਆਂ ਦਾ ਬੀਜਿਆ ਸੀ ਉਸਨੇ ਉਹ ਸੁਪਨੇ ਮਰਨ ਨਹੀਂ ਦਿੱਤੇ। ਇਸ ਤੋਂ ਬਾਅਦ ਉਹਨੇ ਲੋਕਾਂ ਨੂੰ ਇੱਕ ਪਾਠ ਪੜ੍ਹਾਇਆ, ਕਹਿੰਦਾ ਨਕਾਰਾਤਮਕ ਗੱਲਾਂ ਤੋਂ ਬਚ ਗਏ ਆਪਾਂ। ਜਦੋਂ ਕੋਈ ਕਿਸੇ ਚੀਜ਼ ਦੇ ਬਾਰੇ ਆਪਾਂ ਨੂੰ ਗਲਤ ਗੱਲ ਕਹਿ ਜਾਂਦਾ ਸਾਡਾ ਮਨ ਉਦੋਂ ਡੋਲ ਜਾਂਦਾ। ਪਰਮਾਤਮਾ ਤੇ ਵਿਸ਼ਵਾਸ ਅਟੱਲ ਰੱਖਿਓ, ਤੇ ਜਿਹੜੀ ਚੀਜ਼ ਤੁਸੀਂ ਕਿਸੇ ਆਪਦੇ ਸੱਜਣ ਮਿੱਤਰ ਤੋਂ ਪੜ੍ਹੀ ਹੈ, ਸੁਣੀ ਹੈ ਤਰੀਕੇ ਦੇ ਨਾਲ, ਤੁਹਾਨੂੰ ਪਤਾ ਹੈ, ਤੁਸੀਂ ਆਪਦੀਆਂ ਅੱਖਾਂ ਦੇ ਸਾਹਮਣੇ ਵੇਖੀ ਹੈ ਕਿ ਇਹ ਚੀਜ਼ ਹੋ ਸਕਦੀ ਹੈ, ਉਸ ਤੇ ਵਿਸ਼ਵਾਸ ਰੱਖੋ। ਉਹਨੇ ਸਾਰੇ ਪਿੰਡ ਵਾਲਿਆਂ ਦੇ ਅੱਗੇ ਇੱਕ ਉਦਾਹਰਨ ਪ੍ਰਸਤੁਤ ਕਰ ਦਿੱਤੀ ਕਿ ਇਹ ਸਭ ਵੀ ਹੋ ਸਕਦਾ। ਸਾਰੇ ਪਿੰਡ ਵਾਲੇ ਉਹ ਚੀਜ਼ ਉਹਦੀ ਫਾਲੋ ਕਰਨ ਲੱਗ ਪਏ। ਉਹ ਚੀਜ਼ ਮੰਨ ਗਏ ਕਿ ਹਾਂ ਸਾਡੀ ਜ਼ਮੀਨ ਉਪਜਾਊ ਹੈ, ਅਜਿਹੇ ਬੀਜ ਲਈ ਜਿਹੜਾ ਸਾਡਾ ਪੀੜ੍ਹੀਆਂ ਦੀ ਜਿਹੜੀ ਸਾਡੀ ਤੰਗੀ ਹੈ, ਕੰਗਾਲੀ ਹੈ, ਉਸ ਤੋਂ ਨਿਜਾਤ ਦਵਾ ਸਕਦੀ ਹੈ, ਸਾਨੂੰ ਸਦਾ ਸਦਾ ਦੇ ਲਈ ਅਮੀਰ ਕਰ ਸਕਦੀ ਹੈ। ਹੁਣ ਆਪਾਂ ਨੂੰ ਇਸ ਕਹਾਣੀ ਤੋਂ ਕੀ ਸਿੱਖਿਆ ਮਿਲਦੀ ਹੈ? ਇਹ ਇੱਕ ਕਹਾਣੀ ਸੀ, ਇਹ ਘਟਨਾ ਸੱਚ ਵਿੱਚ ਤਾਂ ਨਹੀਂ ਹੋਈ ਹੋਵੇਗੀ, ਪਰ ਇਸ ਤੋਂ ਕਹਾਣੀ ਦਾ ਸਿੱਖਿਆ ਤਾਂ ਮਿਲਦੀ ਹੈ। ਇਸ ਕਹਾਣੀ ਤੋਂ ਆਪਾਂ ਨੂੰ ਸਿੱਖਿਆ ਇਹ ਮਿਲਦੀ ਹੈ ਕਿ ਜਿਸ ਤਰੀਕੇ ਨਾਲ ਉਸ ਕਿਸਾਨ ਨੇ ਆਪਣੇ ਸੁਪਨਿਆਂ ਦੇ ਉੱਤੇ ਵਿਸ਼ਵਾਸ ਬਣਾਈ ਰੱਖਿਆ, ਕਿ ਆਪਾਂ ਆਪਣੇ ਸੁਪਨੇ ਵੇਖ ਕੇ ਉਹਨਾਂ ਤੇ ਵਿਸ਼ਵਾਸ ਰੱਖਦੇ ਹਾਂ, ਕਿ ਆਪਾਂ ਜਿਹੜੇ ਕੋਈ ਸੁਪਨੇ ਦੇਖਦੇ ਹਾਂ ਉਹਨਾਂ ਨੂੰ ਪੂਰਾ ਕਰਨ ਦੇ ਲਈ ਕਿਸ ਹੱਦ ਤੱਕ ਮਿਹਨਤ ਕਰਦੇ ਹਾਂ। ਇਸ ਹੱਦ ਤੱਕ ਆਪਾਂ ਮਿਹਨਤ ਕਰਨ ਲਈ ਤਿਆਰ ਹਾਂ ਕਿ ਸਾਡੇ ਅੰਦਰ ਇੰਨਾ ਧੀਰਜ ਹੈ, ਸਾਡੇ ਅੰਦਰ ਇੰਨਾ ਧੀਰਜ ਹੋ ਹੀ ਨਹੀਂ ਸਕਦਾ। ਅਸੀਂ ਤੇ ਕੋਈ ਗੱਲ ਵੇਖ ਲਈਏ 2 ਮਿੰਟਾਂ ਬਾਅਦ ਅਸੀਂ ਭੁੱਲ ਜਾਂਦੇ ਹਾਂ, ਸਾਨੂੰ ਕੋਈ ਨਵੀਂ ਚੀਜ਼ ਆ ਦੱਸ ਦੇਵੇ ਅਸੀਂ ਉਹਦੇ ਪਿੱਛੇ ਲੱਗ ਤੁਰਦੇ ਹਾਂ। ਪਰ ਅਜਿਹਾ ਧੀਰਜ ਜਿਸ ਇਨਸਾਨ ਦੇ ਵਿੱਚ ਹੋਵੇਗਾ ਉਹੀ ਕਾਮਯਾਬ ਹੋ ਸਕਦਾ ਹੈ। ਸਾਡਾ ਤਾਂ ਧੀਰਜ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਨੇ। ਇੱਕ ਦਿਨ ਆਪਾਂ ਉੱਥੇ ਅਰਦਾਸ ਕਰਕੇ ਆਉਂਦੇ ਹਾਂ, 2-4 ਦਿਨ ਇੰਤਜ਼ਾਰ ਕਰਦੇ ਹਾਂ, ਤੀਜੇ ਦਿਨ ਸਾਨੂੰ ਕੋਈ ਨਵੀਂ ਥਾਂ ਦੱਸਦਾ, ਅਸੀਂ ਉੱਥੇ ਚਲੇ ਜਾਂਦੇ ਹਾਂ ਕਿ ਇੱਥੇ ਮੰਨਤਾਂ ਬੜੀ ਛੇਤੀ ਪੂਰੀਆਂ ਹੁੰਦੀਆਂ ਜੀ। ਆਪਾਂ ਆਪਣੇ ਸੁਪਨਿਆਂ ਦੇ ਵਿੱਚ ਵਿਸ਼ਵਾਸ ਰੱਖੀਏ, ਸਤਿਗੁਰ ਸੱਚੇ ਪਾਤਸ਼ਾਹ ਜੀ ਤੇ ਵਿਸ਼ਵਾਸ ਰੱਖੀਏ। ਕੋਈ ਚੀਜ਼ ਪਹਿਲਾਂ ਮਿਲਣੀ ਹੁੰਦੀ ਹੈ, ਕੁਛ ਬਾਅਦ 'ਚ ਮਿਲਣੀ ਹੁੰਦੀ ਹੈ। ਥਾਂ ਤੇ ਧੱਕੇ ਖਾਣ ਦਾ ਕੋਈ ਫਾਇਦਾ ਨਹੀਂ। ਮੈਂ ਉਮੀਦ ਕਰਦਾ ਤੁਹਾਨੂੰ ਅੱਜ ਦੀ ਗੱਲਬਾਤ 'ਚੋਂ ਬਹੁਤ ਵੱਡੀ ਸਿੱਖਿਆ ਪ੍ਰਾਪਤ ਹੋਈ ਹੋਵੇਗੀ।